ਕੇਂਦਰ ਦੇ 3 ਖੇਤੀ ਕਾਨੂੰਨ ਰੱਦ ਕਰਵਾਉਣ ਦੇ ਲਈ ਕਿਸਾਨਾਂ ਦੇ ਵੱਲੋਂ ਦਿੱਲੀ ਬਾਰਡਰਾਂ ਤੇ ਧਰਨਾ ਲਾਇਆ ਹੋਇਆ ਹੈ। ਉਧਰ ਦੂਜੇ ਪਾਸੇ ਭਾਜਪਾ ਦੇ ਵੱਲੋਂ ਇਹਨਾਂ ਕਾਨੂੰਨਾਂ ਨੂੰ ਚੰਗੇ ਦੱਸਣ ਦੇ ਲਈ ਬਹੁਤ ਸਾਰੀਆਂ ਵੀਡੀਓ ਤਿਆਰ ਕੀਤੀਆਂ ਜਾ ਰਹੀਆਂ ਨੇ। ਹੁਣ ਕਿਸਾਨ ਏਕਤਾ ਮੋਰਚਾ ਦੇ ਵੱਲੋਂ ਇਹਨਾਂ ਵੀਡੀਓ ਦਾ ਜਵਾਬ ਦੇਣ ਦੇ ਲਈ ਇੱਕ ਨਵੀਂ ਵੀਡੀਓ ਬਣਾਈ ਗਈ ਹੈ, ਜਿਸ ਵਿੱਚ ਭਾਜਪਾ ਦੇ ਵਿਗਿਆਪਨ ਦੀ ਇੱਕ ਗੱਲ ਦਾ ਜਵਾਬ ਦਿੱਤਾ ਗਿਆ ਹੈ। ਸਤਿਕਾਰਯੋਗ ਦੋਸਤੋ, ਮੇਰਾ ਨਾਮ ਰਜਿੰਦਰ ਸਿੰਘ ਦੀਪ ਸਿੰਘ ਵਾਲਾ, ਮੀਤ ਪ੍ਰਧਾਨ ਕਿਰਤੀ ਕਿਸਾਨ ਯੂਨੀਅਨ। ਅੱਜ ਅਸੀਂ ਇੱਕ ਵੀਡੀਓ ਜੋ ਭਾਰਤੀ ਜਨਤਾ ਪਾਰਟੀ ਨੇ ਬਣਾਈ ਆ, ਉਹ 'ਚ ਕੁਝ ਸਵਾਲ ਉਠਾਏ ਗਏ ਆ। ਉਹਨਾਂ ਸਵਾਲਾਂ ਦੇ ਜਵਾਬ ਦੇਣੇ ਆ, ਕੱਲਾ ਸਵਾਲ ਦਾ ਜਵਾਬ। तो सब तो पहला तो उन्होंने ये सवाल उठाया उस वीडियो दे विच, दो किसान जिहड़े गल्लां कर रहे आ कि सरकार ने बनाए 3 कानून जिन्ना सानू इतराज सीगा ते सरकार ने लोकां दी गल मान के उन्होंने कहा कि जो तुसीं कहोगे असीं सौदा करन नूं तैयार हैं। ये जिहड़े कानून आ 3 भारतीय संविधान मुताबक 3 सूचियां ने कानून बनाउण बारे। एक राज्यां दी सूची आ, एक केंद्र दी सूची आ ते एक समवर्ती सूची आ। ਜਿਹੜਾ ਖੇਤੀਬਾੜੀ ਵਾਲਾ ਮਾਮਲਾ ਉਹ ਰਾਜਾਂ ਦੀ ਸੂਚੀ 'ਚ ਆਉਂਦਾ ਔਰ ਕੇਂਦਰ ਸਰਕਾਰ ਇਹਦੇ ਬਾਰੇ ਕਾਨੂੰਨ ਨਹੀਂ ਬਣਾ ਸਕਦੀ। ਕੇਂਦਰ ਸਰਕਾਰ ਨੇ ਜਿਹੜੇ ਕਾਨੂੰਨ ਬਣਾਏ ਆ, ਉਹਨੇ ਇਹ ਕਿਹਾ ਕਿ ਸਮਵਰਤੀ ਸੂਚੀ, ਜਿੰਦੇ 'ਚ ਜੋ ਲਿਸਟ ਹੁੰਦੀ ਆ ਕਾਨੂੰਨ ਬਣਾਉਣ ਬਾਰੇ, ਜਿੰਦੇ 'ਚ ਸੂਬਾ ਤੇ ਕੇਂਦਰ ਸਰਕਾਰ ਦੋਨੋਂ ਕਾਨੂੰਨ ਬਣਾ ਸਕਦੇ ਆ, ਕਿ ਉਹਦਾ ਜਿਹੜਾ ਐਂਟਰੀ ਨੰਬਰ 33 ਆ, ਜਿੰਦੇ 'ਚ ਲਿਖਿਆ ਟ੍ਰੇਡ ਐਂਡ ਕਮਰਸ, ਵੀ ਉਹਦੇ ਤਹਿਤ ਕਾਨੂੰਨ ਬਣਾਏ ਆ। पहली गल कि खेती वपार नहीं, ना वणजा ते ना ही किसान अपनी फसल की कीमत खुद तय करता जिवें व्यापारी तय करते हैं। दूसरी गल, एंट्री नंबर 33 के क्लॉज 1 दे विच ये लिखिया कि फूड स्टफ्स ते एडिबल ऑयल, इन्हां बारे केंद्र सरकार यानी कि समवर्ती सूची के तहत कानून जिहड़ी बना सकती है। ਹੁਣ ਕਿਸਾਨ ਜਿਹੜਾ ਉਹ ਫੂਡ ਸਟਫ ਨਹੀਂ ਪੈਦਾ ਕਰਦਾ ਗਾ। ਫੂਡ ਸਟਫ ਦਾ ਮਤਲਬ ਪ੍ਰੋਸੈਸਡ ਫੂਡ। ਕਿਸਾਨ ਅਨਾਜ ਪੈਦਾ ਕਰਦਾ, ਕਿਸਾਨ ਆਟਾ ਨਹੀਂ ਪੈਦਾ ਕਰਦਾ, ਕਿਸਾਨ ਕਣਕ ਪੈਦਾ ਕਰਦਾ, ਕਿਸਾਨ ਚੌਲ ਨਹੀਂ ਪੈਦਾ ਕਰਦਾ, ਕਿਸਾਨ ਝੋਨਾ ਪੈਦਾ ਕਰਦਾ। ਇਸ ਕਰਕੇ ਕਿਸਾਨ ਤਾਂ ਅਨਾਜ ਪੈਦਾ ਕਰਦਾ ਤੇ ਉਹਦੇ 'ਚ ਅਧਿਕਾਰ ਹੈਗਾ ਫੂਡ ਸਟਫਸ ਦੇ ਬਾਰੇ ਕਾਨੂੰਨ ਬਣਾਉਣ 'ਚ। ਇਸ ਕਰਕੇ ਉਹ ਕਾਨੂੰਨ ਨਹੀਂ ਬਣਾ ਸਕਦੇ। ਦੂਸਰਾ, ਐਡੀਬਲ ਆਇਲ ਯਾਨੀ ਕਿ ਖੁਰਾਕ ਵਾਲਾ ਤੇਲ, ਜਿੰਦੇ 'ਚ ਮੰਨ ਲਈ ਕਿ ਸਰੋਂ ਦਾ ਤੇਲ ਆਉਂਦਾ। ਕਿਸਾਨ ਸਰੋਂ ਦਾ ਤੇਲ ਨਹੀਂ ਪੈਦਾ ਕਰਦਾ, ਕਿਸਾਨ ਸਰੋਂ ਪੈਦਾ ਕਰਦਾ। ਇਸ ਕਰਕੇ ਕੇਂਦਰ ਸਰਕਾਰ ਉਹਦੇ ਬਾਰੇ ਵੀ ਕਾਨੂੰਨ ਨਹੀਂ ਬਣਾ ਸਕਦੀ। ਇਸ ਕਰਕੇ ਅਸੀਂ ਸੋਧਾ ਨਹੀਂ ਮੰਨਣਾ ਚਾਹੁੰਦੇ, ਅਸੀਂ ਰੱਦ ਕਰਾਉਣਾ ਚਾਹੁੰਦੇ ਹਾਂ। ਸਰਕਾਰ ਕਹਿ ਰਹੀ ਕਿ ਹਰ ਤਰ੍ਹਾਂ ਦੀ ਸੋਧ ਤੁਸੀਂ ਕਰਵਾ ਲਓ। ਚਲੋ ਮੰਨ ਲਈਏ ਵੀ ਆਪਾਂ ਸੋਧਾਂ ਲਈ ਤਿਆਰ ਹੋ ਜਾਂਦੇ ਹਾਂ। ਉਹ ਕਹਿੰਦੇ ਕਿ ਸਿਰਫ ਖਾਲੀ ਡੱਬਾ ਰਹਿਣ ਦਿਓ। ਉਸ ਖਾਲੀ ਡੱਬੇ ਦਾ ਨਾਮ ਕੀ ਹੋਊਗਾ ਕਾਨੂੰਨ ਦਾ? ਖੇਤੀਬਾੜੀ ਕਾਨੂੰਨ। ਤੇ ਉਹ ਖਾਲੀ ਡੱਬਾ ਹੋਊਗਾ ਕਹਿੰਦਾ ਕੇਂਦਰ ਦਾ। ਤਾਂ ਇਸ ਤਰ੍ਹਾਂ ਅਸੀਂ ਲੜਾਈ ਜਿਹੜੀ ਆ ਉਹ ਹਾਰ ਰਹੇ ਹੋਵਾਂਗੇ, ਕਿਉਂਕਿ ਅਸੀਂ ਸੋਧਾਂ ਦੇ ਨਾਲ ਇਹ ਮੰਨ ਰਹੇ ਹੋਵਾਂਗੇ ਕਿ ਖੇਤੀਬਾੜੀ ਬਾਰੇ ਕੇਂਦਰ ਸਰਕਾਰ ਕਾਨੂੰਨ ਬਣਾ ਸਕਦੀ ਆ। ਉਹਨਾਂ ਨੂੰ ਖੇਤੀਬਾੜੀ ਬਾਰੇ ਕਾਨੂੰਨ ਬਣਾਉਣ ਦਾ ਅਧਿਕਾਰ ਦੇ ਕੇ ਜਾਵਾਂਗੇ ਔਰ ਸੂਬਿਆਂ ਦੇ ਅਧਿਕਾਰਾਂ ਦੇ ਉੱਪਰ ਡਾਕੇ ਨੂੰ ਮਨਜ਼ੂਰ ਕਰ ਲਾਂਗੇ। ਅਸੀਂ ਨਹੀਂ ਚਾਹੁੰਦੇ ਕਿ ਖੇਤੀਬਾੜੀ ਬਾਰੇ ਕੇਂਦਰ ਸਰਕਾਰ ਨੂੰ ਕਾਨੂੰਨ ਬਣਾਉਣ ਦਾ ਹੱਕ ਨਹੀਂ ਤੇ ਉਹਨੂੰ ਇਹ ਹੱਕ ਮਿਲੇ। ਜਿਸ ਕਰਕੇ ਅਸੀਂ ਇਹ ਕਾਨੂੰਨ ਜਿਹੜੇ ਰੱਦ ਆ ਉਹ ਕਰਵਾਉਣਾ ਚਾਹੁੰਦੇ ਆ, ਸੋਧਾਂ ਨਹੀਂ ਮੰਨਣਾ ਚਾਹੁੰਦੇਗੇ। ਜੇ ਇਹਨਾਂ ਕਾਨੂੰਨਾਂ ਕਰਕੇ ਸਾਡੀਆਂ ਜ਼ਮੀਨਾਂ ਵੱਡੀਆਂ ਕੰਪਨੀਆਂ ਨੇ ਖਰੀਦ ਲਈਆਂ ਤੇ ਅਸੀਂ ਕੀ ਕਰਾਂਗੇ? ਉਹ ਚਾਚਾ, ਤੇਰੇ ਬਿਨਾ ਪੁੱਛਿਆ ਤੇਰੇ ਖੇਤਾਂ ਵਿੱਚੋਂ ਕੋਈ ਪੱਠਿਆਂ ਦੀ ਪੰਡ ਨਹੀਂ ਲੈ ਕੇ ਜਾ ਸਕਦਾ ਤੇ ਆ ਜ਼ਮੀਨਾਂ ਆਪਣੀਆਂ ਕਿਸੇ ਨੇ ਸਿਰ ਤੇ ਧਰ ਕੇ ਲੈ ਕੇ ਜਾਣੀਆਂ ਨੇ। ਪੰਜਾਬ ਦੇ ਵਿੱਚ ਜਿਹੜੇ ਕਿਸਾਨ ਬੇਜ਼ਮੀਨੇ ਹੋ ਰਹੇ ਆ, ਹਜ਼ਾਰਾਂ ਕਿਸਾਨ 1991 ਤੋਂ ਬਾਅਦ ਲਗਾਤਾਰ ਜਿਹੜਾ ਉਹਨਾਂ ਦੇ ਬੇਜ਼ਮੀਨੇ ਹੋਣ ਦਾ ਵਰਤਾਰਾ ਚੱਲ ਰਿਹਾ। ਤੁਸੀਂ ਪਿੰਡਾਂ 'ਚ ਨਿਗਾਹ ਮਾਰ ਕੇ ਦੇਖੋ ਵੀ ਕਿਹੜੇ ਪਰਿਵਾਰਾਂ ਕੋਲੇ ਜ਼ਮੀਨ ਸੀ ਔਰ ਉਹਨਾਂ ਦੀਆਂ ਜ਼ਮੀਨਾਂ ਜਿਹੜੀਆਂ ਨੇ ਉਹ ਗਈਆਂ ਨੇ। ਛੋਟੇ ਤੇ ਦਰਮਿਆਨੇ ਕਿਸਾਨ ਲਗਾਤਾਰ ਜ਼ਮੀਨ 'ਚੋਂ ਜਿਹੜੇ ਬਾਹਰ ਹੋ ਰਹੇ ਆ। ਉਹਨਾਂ ਦੀ ਜ਼ਮੀਨ ਕੋਈ ਸਿਰ ਤੇ ਨਹੀਂ ਚੱਕ ਕੇ ਲੈ ਜਾਂਦਾ ਗਾ, ਜ਼ਮੀਨ ਉੱਥੇ ਹੀ ਰਹਿੰਦੀ ਆ। ਪਰ ਹੁੰਦਾ ਕੀ ਆ ਕਿ ਜ਼ਮੀਨ ਦੇ ਮਾਲਕ ਬਦਲ ਜਾਂਦੇ ਆ। ਪਹਿਲੇ ਮਾਲਕ ਬੇਜ਼ਮੀਨੇ ਹੋ ਜਾਂਦੇ ਆ ਤੇ ਨਵਿਆਂ ਦੇ ਕੋਲੇ ਜ਼ਮੀਨ ਜਿਹੜੀ ਆ ਉਹ ਵੱਧ ਜਾਂਦੀ ਆ।
ਹੁਣ ਕੰਟਰੈਕਟ ਫਾਰਮਿੰਗ ਉਹਦੇ 'ਚ ਇਹ ਕਹਿੰਦਾ ਵੀ ਜੇ ਅਸੀਂ ਕੰਟਰੈਕਟ ਕਰਾਂਗੇ ਹੀ ਨਾ ਤੇ ਕੋਈ ਧੱਕੇ ਨਾਲ ਕੰਟਰੈਕਟ ਕਰ ਲੂਗਾ। ਇਹ ਕੰਟਰੈਕਟ ਜਿਹੜਾ ਉਹ ਬੰਦ ਕਰਨਾ, ਕਿਉਂਕਿ ਜਿਹੜੀਆਂ ਪ੍ਰਾਈਵੇਟ ਮੰਡੀਆਂ ਨੇ ਉਹਦੇ 'ਚ ਕਿਸੇ ਤਰ੍ਹਾਂ ਦਾ ਟੈਕਸ ਜਿਹੜਾ ਉਹ ਨਹੀਂ ਲੱਗਣਾਗਾ ਔਰ ਕਿਸਾਨ ਨੂੰ ਜਿਹੜਾ ਹੁਣ ਦਾ ਰੇਟ ਚੱਲਦਾ ਕਣਕ ਮਗਰ 164 ਰੁਪਏ, ਝੋਨੇ ਮਗਰ 154 ਰੁਪਏ ਜਿਹੜੇ ਹੈਗੇ ਆ ਉਹ ਵੱਧ ਦੇ ਸਕਦੀ ਆ ਪ੍ਰਾਈਵੇਟ ਕੰਪਨੀ। ਜਦੋਂ ਉਹ ਸਰਕਾਰੀ ਮੰਡੀਆਂ ਨਾ ਰਹੀਆਂ, ਸਰਕਾਰੀ ਮੰਡੀਆਂ ਦਾ ਭੋਗ ਪਾਉਣਾ, ਖਰੀਦ ਕਰਨੀ ਆ ਪ੍ਰਾਈਵੇਟ ਕੰਪਨੀਆਂ ਨੇ, ਅਗਲੇ ਕਾਨੂੰਨ 'ਚ ਖੇਤੀ ਵੀ ਪ੍ਰਾਈਵੇਟ ਕੰਪਨੀਆਂ ਨੇ ਕਰਵਾਉਣੀ ਆ, ਤੇ ਫਿਰ ਜਦੋਂ ਪ੍ਰਾਈਵੇਟ ਕੰਪਨੀ ਕਹੂਗੀ ਕਿ ਅਸੀਂ ਆਹ ਫਸਲ ਖਰੀਦਾਂਗੇ ਤੇ ਕਿਸਾਨ ਦੀ ਮਜਬੂਰੀ ਹੋਊਗੀ, ਕਿਸਾਨ ਉਹੀ ਫਸਲ ਜਿਹੜੀ ਆ ਉਹ ਬੀਜੂਗਾ। ਇਸ ਕਰਕੇ ਜਦੋਂ ਕੰਪਨੀਆਂ ਨੇ ਖੇਤੀ ਕਰਵਾਉਣੀ ਆ ਤਾਂ ਕਿਸਾਨਾਂ ਨੂੰ ਕੰਟਰੈਕਟ ਕਰਨਾ ਹੀ ਪੈਣਾ। ਉਹਨਾਂ ਨੇ ਇਹ ਮਾਹੌਲ ਜਿਹੜਾ ਉਹ ਬਣਾ ਦੇਣਾ। ਇਸੇ 'ਚ ਹੀ ਉਹ ਸਵਾਲ ਉਠਾਉਂਦਾ ਕਿ ਇਹ ਕੰਟਰੈਕਟ ਫਸਲਾਂ ਬਾਰੇ ਆ, ਜ਼ਮੀਨਾਂ ਜਾਣ ਦਾ ਤਾਂ ਡਰਾਵਾ ਦਿੱਤਾ ਜਾ ਰਿਹਾ, ਜ਼ਮੀਨਾਂ ਕਿਵੇਂ ਚਲੀਆਂ ਜਾਣਗੀਆਂ? ਤਾਂ ਉਹਨਾਂ ਨੇ ਸ਼ਾਇਦ ਜਿਹੜਾ ਇਹ ਕੰਟਰੈਕਟ ਐਕਟ ਪੜ੍ਹਿਆ ਨਹੀਂ। ਕੰਟਰੈਕਟ ਐਕਟ ਦਾ ਜਿਹੜਾ ਸੈਕਸ਼ਨ 8 ਆ ਉਹਦੇ 'ਚ ਸਪਸ਼ਟ ਲਿਖਿਆ ਹੋਇਆ ਕਿ ਕਿਸਾਨ ਦੀ ਜ਼ਮੀਨ ਦੇ ਉੱਪਰ ਕੰਪਨੀ ਕੋਈ ਜਿਹੜਾ ਸਪਾਂਸਰ ਆ, ਸਪਾਂਸਰ ਦਾ ਮਤਲਬ ਕੰਪਨੀ ਆ, ਉਹ ਉਸਾਰੀ ਕਰ ਸਕਦੀ ਆ। ਸੈਕਸ਼ਨ 9 ਦੇ ਵਿੱਚ ਆ ਕਿ ਜਿਹੜਾ ਉਹ ਐਗਰੀਮੈਂਟ ਹੋਊਗਾ ਉਹ ਜਿਹੜੀਆਂ ਬੈਂਕਾਂ ਤੋਂ ਲੋਨ ਲੈ ਸਕਦੇ ਆ ਉਹਦੇ ਨਾਲ ਅਟੈਚ ਹੋਊਗਾ। ਯਾਨੀ ਕਿ ਕੰਪਨੀ ਜਿਹੜੀ ਆ ਕਿਸਾਨ ਦੀ ਜ਼ਮੀਨ ਤੇ ਲੋਨ ਲੈ ਸਕਦੀ ਆ, ਕਰਜ਼ਾ ਲੈ ਸਕਦੀ, ਉਹਦੇ ਤੇ ਉਸਾਰੀ ਕਰ ਸਕਦੀ ਆ, ਔਰ ਜਦੋਂ ਉਹ ਕੰਟਰੈਕਟ ਖਤਮ ਹੋ ਜਾਊਗਾ ਤਾਂ ਉਹ ਉਸਾਰੀ ਢਾਊਗੀ। ਤੇ ਇਹ ਵੀ ਲਿਖਿਆ ਜੇ ਨਾ ਢਾਊਗੀ ਤਾਂ ਕਿਸਾਨ ਦੀ ਜ਼ਮੀਨ ਨੂੰ ਕੁਝ ਨਹੀਂ ਹੋਊਗਾ। ਹੁਣ ਮੰਨੋ, ਸੋਚੋ ਕਿ ਜੇ ਕਿਸਾਨ ਦੀ ਜ਼ਮੀਨ ਤੇ ਉਸ ਕੰਪਨੀ ਨੇ ਕੋਈ 50-60 ਲੱਖ ਰੁਪਈਆ ਜਾਂ ਕਰੋੜ ਰੁਪਈਆ ਕਰਜ਼ਾ ਲੈ ਕੇ ਕੋਈ ਉੱਥੇ ਉਸਾਰੀ ਕਰਤੀ, ਕੰਟਰੈਕਟ ਖਤਮ ਹੋਣ ਤੇ ਉਹ ਚਲੀ ਗਈ, ਤਾਂ ਕਿੰਦੀ ਜ਼ਮੀਨ ਤੇ ਕਰਜ਼ਾ ਲਿਆ? ਕਿਸਾਨ ਦੀ। ਤੇ ਉਹ ਕਰਜ਼ਾ ਮੋੜੂ ਕੌਣ? ਕਿਸਾਨ ਮੋੜੂਗਾ। ਤੇ ਜੇ ਨਾ ਮੋੜ ਸਕੂਗਾ ਤੇ ਫਿਰ ਉਹਦੀ ਜ਼ਮੀਨ ਦਾ ਕੀ ਬਣੂਗਾ? ਕਿਉਂਕਿ ਜਿਹੜਾ ਸੈਕਸ਼ਨ 14 ਕੰਟਰੈਕਟ ਐਕਟ ਦਾ ਜਿੰਦੇ ਤਹਿਤ ਲਿਖਿਆ ਕੰਪਨੀ ਤੇ ਕਿਸਾਨ ਦੇ ਵਿੱਚ ਕੋਈ ਰੌਲਾ ਪੈਣ ਤੇ ਐਸਡੀਐਮ ਫੈਸਲਾ ਕਰਵਾਊਗਾ, ਔਰ ਉਹਦੇ 'ਚ ਲਿਖਿਆ ਕਿ ਜੇ ਕੋਈ ਕੰਪਨੀ ਕਿਸਾਨਾਂ ਦੇ ਫਸਲ ਦਾ ਭੁਗਤਾਨ ਨਹੀਂ ਕਰੂਗੀ ਤਾਂ ਉਹ ਜਿਹੜਾ ਹੈਗਾ ਉਹ ਐਸਡੀਐਮ ਭੁਗਤਾਨ ਕਰਵਾਊਗਾ। ਔਰ ਸੈਕਸ਼ਨ 15 'ਚ ਲਿਖਿਆ ਕਿ ਸੈਕਸ਼ਨ 14 ਦੇ ਤਹਿਤ ਕਿਸੇ ਵੀ ਤਰ੍ਹਾਂ ਦਾ ਭੁਗਤਾਨ, ਕਿਸੇ ਵੀ ਤਰ੍ਹਾਂ ਦਾ ਕੋਈ ਘਾਟਾ ਉਹ ਕਿਸਾਨ ਦੇ ਸਿਰ ਨਹੀਂ ਪਾਇਆ ਜਾ ਸਕਦਾ। ਇਹ ਕਹਿ ਕੇ ਸਰਕਾਰ ਨੇ ਕਹਿਤਾ ਵੀ ਦੇਖੋ ਕਾਨੂੰਨ 'ਚ ਲਿਖਤਾ ਵੀ ਕਿਸਾਨ ਦੇ ਸਿਰ ਕੋਈ ਘਾਟਾ ਨਹੀਂ ਪਾਇਆ ਜਾ ਸਕਦਾ, ਕਿਸਾਨ ਨੂੰ ਕੋਈ ਹਰਜਾਨਾ ਨਹੀਂ ਲਾਇਆ ਜਾ ਸਕਦਾ। ਇਹ ਤਾਂ ਉਹਨਾਂ ਨੇ ਸੈਕਸ਼ਨ 14 ਬਾਰੇ ਕਿਹਾ। ਪਰ ਜਿਹੜਾ ਸੈਕਸ਼ਨ 8 ਤੇ 9 ਆ, ਜਿੰਦੇ ਤਹਿਤ ਕਿਸਾਨ ਦੀ ਜ਼ਮੀਨ ਨੂੰ ਖਤਰਾ, ਜਿੰਦੇ ਤਹਿਤ ਕਿਸਾਨ ਦੀ ਜ਼ਮੀਨ ਤੇ ਕੰਪਨੀ ਲੈ ਸਕਦੀ, ਕਰਜ਼ਾ ਲੈ ਸਕਦੀ ਆ, ਜਿੰਦੇ ਤਹਿਤ ਕਿਸਾਨ ਦੀ ਜ਼ਮੀਨ ਤੇ ਕੋਈ ਵੱਡੀ ਉਸਾਰੀ ਕੰਪਨੀ ਕਰਵਾ ਸਕਦੀ ਆ, ਉਹਦੇ ਬਾਰੇ ਇਹ ਕਾਨੂੰਨ ਬਿਲਕੁਲ ਚੁੱਪ ਆ। ਯਾਨੀ ਕਿ ਕਿਸਾਨਾਂ ਦੀ ਜ਼ਮੀਨ ਜਾਣ ਦੀ ਪੂਰੀ ਸੰਭਾਵਨਾ ਹੈਗੀ ਆ। ਇਹ ਬਿਲਕੁਲ ਜਿਹੜਾ ਝੂਠ ਆ ਸਰਕਾਰ ਵੱਲੋਂ ਫੈਲਾਇਆ ਜਾ ਰਿਹਾ, ਔਰ ਇਹ ਗੱਲ ਅਸੀਂ ਖੇਤੀਬਾੜੀ ਮੰਤਰੀ ਨਾਲ ਮੀਟਿੰਗ ਦੇ ਵਿੱਚ ਵੀ ਉਠਾਈ ਆ ਤੇ ਉਹਨਾਂ ਦੇ ਕੋਲੇ ਕੋਈ ਜਵਾਬ ਨਹੀਂ ਸੀ। ਪਰ ਮੈਂ ਇੱਕ ਗੱਲ ਸੋਚਦਾ ਕਿ ਜੇ ਸਾਨੂੰ ਸਾਡੀ ਫਸਲ ਦਾ ਮੁੱਲ ਹੀ ਨਾ ਮਿਲਿਆ ਫੇਰ ਕੀ ਕਰਾਂਗੇ? ਚਾਚਾ ਰੇਟ ਕਿਉਂ ਨਾ ਮਿਲੂ? ਸਰਕਾਰ ਨੇ ਆਪਣੀਆਂ ਮੰਗਾਂ ਮੰਨ ਕੇ ਐਮਐਸਪੀ ਦੀ ਲਿਖਤੀ ਗਾਰੰਟੀ, ਪਹਿਲੇ ਮੰਡੀਕਰਨ ਸਿਸਟਮ ਦੀ ਮਜ਼ਬੂਤੀ, ਪ੍ਰਾਈਵੇਟ ਮੰਡੀਆਂ ਵਿੱਚ ਸਰਕਾਰੀ ਟੈਕਸ, ਖਰੀਦਦਾਰ ਦੀ ਰਜਿਸਟ੍ਰੇਸ਼ਨ ਕਰਨ ਦੀ ਮਨਜ਼ੂਰੀ, ਤੈਅ ਸਮੇਂ ਤੇ ਕਿਸਾਨਾਂ ਦੀਆਂ ਫਸਲਾਂ ਦਾ ਭੁਗਤਾਨ ਨਾ ਕਰਨ ਵਾਲੇ ਖਿਲਾਫ ਕਾਨੂੰਨੀ ਕਾਰਵਾਈ, ਪਰਾਲੀ ਐਕਟ ਵਿੱਚ ਸੋਧ, ਬਿਜਲੀ ਸੋਧ ਬਿੱਲ ਦੀ ਵਾਪਸੀ, ਸਾਰਾ ਕੁਝ ਤੈਅ ਆਪਣੇ ਹਿਸਾਬ ਨਾਲ ਮੰਨ ਲਿਆ। ਇਹ ਵੀ ਦਾਅਵਾ ਕੀਤਾ ਜਾ ਰਿਹਾ ਕਿ ਸਰਕਾਰ ਐਮਐਸਪੀ ਦੀ ਜਿਹੜੀ ਆ ਉਹ ਲਿਖਤੀ ਗਾਰੰਟੀ ਦੇਊਗੀ। ਬਹੁਤ ਚੰਗੀ ਗੱਲ ਆ। ਅਸੀਂ ਕਹਿੰਦੇ ਕਿ ਲਿਖਤੀ ਗਾਰੰਟੀ ਜੇ ਦੇਣੀ ਆ ਸਰਕਾਰ ਨੇ ਤਾਂ ਇਹਦੇ ਤੇ ਉਹ ਕਾਨੂੰਨ ਬਣਾ ਦੇ। ਜੇ ਉਹ ਕਿਸਾਨਾਂ ਲਈ ਕਰਨੀ ਲੱਗੀ ਆ ਤਾਂ ਇਹ ਕਾਨੂੰਨ ਬਣਾਵੇ ਕਿ ਕੇਂਦਰ ਸਰਕਾਰ ਹਰ ਸਾਲ 22 ਫਸਲਾਂ ਦਾ ਘੱਟੋ ਘੱਟ ਸਮਰਥਨ ਮੁੱਲ, ਜਿਹਨੂੰ ਆਪਾਂ ਐਮਐਸਪੀ ਕਹਿੰਦੇ ਆ, ਉਹ ਐਲਾਨਦੀ ਆ, ਉਹਨੂੰ ਕਾਨੂੰਨੀ ਅਧਿਕਾਰ ਬਣਾਵੇ। ਤੇ ਜਿਹੜਾ ਉਸ ਤੋਂ
ਸਰਕਾਰ ਵੱਲੋਂ ਤੈਅ ਸਮਰਥਨ ਮੁੱਲ ਤੋਂ ਘੱਟ ਰੇਟ ਤੇ ਫਸਲ ਖਰੀਦੇ ਉਹਨੂੰ ਕਾਨੂੰਨਨ ਅਪਰਾਧ ਬਣਾਇਆ ਜਾਵੇ। ਪਰ ਸਰਕਾਰ ਜਿਹੜਾ ਝੂਠ ਬੋਲ ਰਹੀ ਆ ਕਿ ਅਸੀਂ ਲਿਖਤੀ ਗਰੰਟੀ ਦੇਣ ਨੂੰ ਤਿਆਰ ਆ, ਉਹ ਸਿਰਫ ਕਣਕ ਤੇ ਝੋਨੇ ਦੀ ਗੱਲ ਕਰ ਰਹੀ ਆ, ਉਹ ਵੀ 2 ਸੂਬਿਆਂ 'ਚ ਗੱਲ ਕਰ ਰਹੀ ਆ। ਜੇ ਲਿਖਤੀ ਗਰੰਟੀ ਦੇਣੀ ਹੁੰਦੀ ਇਹਨਾਂ ਨੇ ਤਾਂ ਫਿਰ ਜਿਹੜੀ ਪੰਜਾਬ ਦੇ ਵਿੱਚ ਇਸ ਸਾਲ 5 ਲੱਖ ਕਿੱਲੇ 'ਚ ਪੰਜਾਬ ਦੇ ਕਿਸਾਨਾਂ ਨੇ ਮੱਕੀ ਬੀਜੀ ਔਰ ਉਹਦਾ ਰੇਟ ਕੇਂਦਰ ਸਰਕਾਰ ਨੇ 1850 ਤੈਅ ਕੀਤਾ, ਉਹ ਫਿਰ 600 ਤੋਂ ਲੈ ਕੇ 950 ਤੱਕ ਕਿਉਂ ਰੁਲ ਰਹੀ ਆ? ਇਹਦਾ ਉਹਨਾਂ ਕੋਲੇ ਕੀ ਜਵਾਬ ਆ? ਉਹ 1850 ਨੂੰ ਕਿਉਂ ਨਹੀਂ ਵਿਕ ਰਹੀਗੀ? ਉਹ ਇਸ ਕਰਕੇ ਨਹੀਂ ਵਿਕ ਰਹੀ ਕਿਉਂਕਿ ਸਰਕਾਰ ਜਿਹੜੀ ਆ ਉਹ ਮੱਕੀ ਨਹੀਂ ਖਰੀਦਦੀਗੀ। ਸਰਕਾਰ ਸਿਰਫ 2 ਸੂਬਿਆਂ 'ਚ 2 ਫਸਲਾਂ ਖਰੀਦਦੀ ਆ। ਸਾਡੀ ਮੰਗ ਇਹ ਆ ਕਿ MSP ਨੂੰ ਕਿਸਾਨਾਂ ਦਾ ਕਾਨੂੰਨੀ ਅਧਿਕਾਰ ਬਣਾਇਆ ਜਾਵੇ ਔਰ ਜਿਹੜੀ ਵੀ ਫਸਲ ਕਿਸਾਨ ਬੀਜੇ, ਦੇਸ਼ ਦੇ ਕਿਸੇ ਵੀ ਹਿੱਸੇ 'ਚ ਬੀਜੇ, ਉਹਦਾ ਇੱਕ ਇੱਕ ਦਾਣਾ ਖਰੀਦਣ ਦੀ ਗਰੰਟੀ ਹੋਵੇ ਔਰ ਉਹਦਾ ਪੂਰਾ ਰੇਟ ਜਿਹੜਾ ਦਿੱਤਾ ਜਾਵੇ। ਇਹ ਵੀ ਦਾਅਵਾ ਕੀਤਾ ਕਿ ਜੇ ਕੋਈ ਕਿਸਾਨਾਂ ਦੀ ਫਸਲ ਦਾ ਸਹੀ ਸਮੇਂ ਤੇ ਭੁਗਤਾਨ ਨਹੀਂ ਕਰੂਗਾ ਤਾਂ ਉਹਨੂੰ ਜਿਹੜੀ ਹੈਗੀ ਆ ਉਹ ਜੁਰਮਾਨਾ ਲਾਇਆ ਜਾਊਗਾ, ਉਹਨੂੰ ਸਜ਼ਾ ਦਿੱਤੀ ਜਾਊਗੀ। ਇਹ ਵੀ ਕਹਤਾ ਕਿ ਕਿਸਾਨ ਦੀ ਫਸਲ ਦਾ ਭੁਗਤਾਨ 3 ਦਿਨਾਂ 'ਚ ਕਰਨਾ। ਹੁਣ ਗੰਨਾ ਜਦੋਂ ਕਿਸਾਨ ਵੇਚਦਾ ਆਪਣਾ ਤਾਂ ਇਹ ਆ ਕਿ ਜਿਹੜੇ ਸ਼ੂਗਰ ਮਿਲ ਦੇ ਮਾਲਕ ਆ ਜੋ ਗੰਨਾ ਖਰੀਦਦੇ ਆ, ਉਹ 14 ਦਿਨਾਂ ਦੇ ਵਿੱਚ ਜੇ ਕਿਸਾਨ ਨੂੰ ਗੰਨੇ ਦਾ ਭੁਗਤਾਨ ਨਹੀਂ ਕਰਦੇ ਤਾਂ ਉਹਨਾਂ ਨੂੰ ਜੁਰਮਾਨੇ ਲਾਏ ਜਾਣਗੇ। ਪਰ ਮਾਝੇ ਤੇ ਦੁਆਬੇ ਦੇ ਵਿੱਚ ਕਿਸਾਨਾਂ ਦੇ ਕਈ 100 ਕਰੋੜ ਰੁਪਏ ਪ੍ਰਾਈਵੇਟ ਮਿੱਲਾਂ ਵਾਲੇ 2-2 3-3 ਸਾਲ ਤੱਕ ਨਹੀਂ ਦਿੰਦੇਗੇ ਤੇ ਅੱਜ ਤੱਕ ਵੀ ਇੱਕ ਵੀ ਮਿੱਲ ਵਾਲੇ ਨੂੰ ਕਿਸੇ ਸਰਕਾਰ ਨੇ ਜੁਰਮਾਨਾ ਨਹੀਂ ਲਾਇਆ। ਤੋ ਇਸ ਕਰਕੇ ਜਿਹੜਾ ਇਹ ਕਿਹਾ ਜਾ ਰਿਹਾ ਵੀ 3 ਦਿਨਾਂ 'ਚ ਫਸਲਾਂ ਦਾ ਭੁਗਤਾਨ ਕੀਤਾ ਜਾਊਗਾ, ਇਹ ਸਰਾਸਰ ਝੂਠ ਆ। ਜਦੋਂ ਕੰਪਨੀਆਂ ਆ ਗਈਆਂ ਉਹਨਾਂ ਨੇ ਕਿਸਾਨਾਂ ਦੀਆਂ ਫਸਲਾਂ ਦਾ, ਜਿਵੇਂ ਗੰਨੇ ਵਾਲਿਆਂ ਨੂੰ ਕਈ ਸਾਲ ਨਹੀਂ ਪੈਸੇ ਮਿਲਦੇਗੇ, ਉਵੇਂ ਸਾਡੀਆਂ ਦੂਜੀਆਂ ਫਸਲਾਂ ਦੇ ਵੀ ਕਈ ਸਾਲ ਜਿਹੜੇ ਪੈਸੇ ਆ ਉਹ ਨਹੀਂ ਮਿਲਣਗੇ। ਸਰਕਾਰ ਸਿਰਫ ਝੂਠੇ ਦਾਅਵੇ ਕਰ ਰਹੀ ਆ। ਜਿਹੜਾ ਇਹ ਦਾਅਵਾ ਕੀਤਾ ਜਾ ਰਿਹਾ ਕਿ ਪਹਿਲੀ ਮੰਡੀ ਨੂੰ ਮਜ਼ਬੂਤ ਕੀਤਾ ਜਾਊਗਾ, ਜੇ ਪਹਿਲੀ ਮੰਡੀ ਨੂੰ ਮਜ਼ਬੂਤ ਕਰਨਾ ਤਾਂ ਜਿਹੜਾ ਇਹ ਇੱਕ ਪ੍ਰਾਈਵੇਟ ਮੰਡੀਆਂ ਖੋਲ੍ਹਣ ਦਾ ਸਰਕਾਰ ਕਾਨੂੰਨ ਲਿਆ ਰਹੀ ਉਹਨੂੰ ਰੱਦ ਕਰੇ ਔਰ ਪਹਿਲੀਆਂ ਮੰਡੀਆਂ ਦੇ ਵਿੱਚ ਜਿਹੜੀਆਂ ਕੁਝ ਦਿੱਕਤਾਂ ਨੇ ਉਹਨਾਂ ਨੂੰ ਠੀਕ ਕਰੇ। ਹੁਣ ਤੱਕ ਜਿਹੜਾ ਤਜਰਬਾ ਇਸ ਮੁਲਕ 'ਚ ਰਿਹਾ ਕਿ ਜਦੋਂ ਕਿਸੇ ਵੀ ਸਰਕਾਰੀ ਪ੍ਰਬੰਧ ਦੇ ਨਾਲ ਕੋਈ ਪ੍ਰਾਈਵੇਟ ਪ੍ਰਬੰਧ ਹੁੰਦਾ ਤੇ ਹੌਲੀ ਹੌਲੀ ਸਰਕਾਰੀ ਪ੍ਰਬੰਧ ਦਾ ਭੋਗ ਪੈ ਜਾਂਦਾ। ਜਦੋਂ ਪ੍ਰਾਈਵੇਟ ਸਕੂਲ ਆਏ ਤਾਂ ਸਰਕਾਰੀ ਸਕੂਲਾਂ ਦਾ ਹੌਲੀ ਹੌਲੀ ਸਰਕਾਰ ਨੇ ਭੋਗ ਪਾਉਣਾ ਸ਼ੁਰੂ ਕਰਤਾ। ਪ੍ਰਾਈਵੇਟ ਹਸਪਤਾਲ ਆਏ, ਪ੍ਰਾਈਵੇਟ ਜਿਹੜੇ ਸਰਕਾਰੀ ਹਸਪਤਾਲਾਂ ਦਾ ਭੋਗ ਪਾਉਣਾ ਸ਼ੁਰੂ ਕਰਤਾ। ਹੁਣ ਜਦੋਂ ਪ੍ਰਾਈਵੇਟ ਮੰਡੀਆਂ ਆਉਣੀਆਂ ਨੇ ਤਾਂ ਹੌਲੀ ਹੌਲੀ ਸਰਕਾਰੀ ਮੰਡੀਆਂ ਦਾ ਸਰਕਾਰ ਨੇ ਜਿਹੜਾ ਭੋਗ ਆ ਉਹ ਪਾਉਣਾ, ਕਿਉਂਕਿ ਸਰਕਾਰ ਪ੍ਰਾਈਵੇਟ ਸਿਸਟਮ ਹੀ ਇਸ ਕਰਕੇ ਲੈ ਕੇ ਆਉਂਦੀ ਆ ਕਿ ਸਰਕਾਰੀ ਦਾ ਹੌਲੀ ਹੌਲੀ ਜਿਹੜਾ ਉਹ ਖਾਤਮਾ ਕੀਤਾ ਜਾਵੇ। ਇਸ ਕਰਕੇ ਸਰਕਾਰ ਪਹਿਲੀਆਂ ਮੰਡੀਆਂ ਨੂੰ ਮਜ਼ਬੂਤ ਕਰੂਗੀ। ਇਹ ਦਾਅਵੇ ਬਿਲਕੁਲ ਖੋਖਲੇ ਆ। ਇਹ ਕਿਹਾ ਜਾ ਰਿਹਾ ਕਿ ਜਿਹੜਾ ਪਰਾਲੀ ਪ੍ਰਦੂਸ਼ਣ ਬਾਰੇ ਕਾਨੂੰਨ ਆ, ਸਰਕਾਰ ਉਹਨੂੰ ਮੁੜ ਵਿਚਾਰਨ ਨੂੰ ਤਿਆਰ ਆ, ਸੋਧਣ ਨੂੰ ਤਿਆਰ ਆ। ਦੇਖੋ ਇਹ ਕਾਨੂੰਨ ਹੀ ਬੜਾ ਫਜ਼ੂਲ ਸੀਗਾ। ਕਰੋੜ ਰੁਪਈਆ ਜੁਰਮਾਨਾ ਰੱਖ ਦੇਣਾ। ਇਸ ਮੁਲਕ ਦੀ 86% ਕਿਸਾਨੀ ਛੋਟੀ ਕਿਸਾਨੀ ਆ ਤੇ ਜੇ ਉਹ ਪਰਾਲੀ ਨੂੰ ਅੱਗ ਲਾਉਂਦੀ ਆ ਤੇ ਕਰੋੜ ਰੁਪਏ ਦਾ ਜੁਰਮਾਨਾ ਕੀਤਾ ਜਾਂਦਾ ਤਾਂ ਉਹ ਆਪਣੀ ਸਾਰੀ ਜ਼ਮੀਨ ਵੇਚ ਕੇ ਵੀ ਜਿਹੜਾ ਹੈਗਾ ਉਹ ਕਰੋੜ ਰੁਪਈਆ ਜੁਰਮਾਨਾ ਨਹੀਂ ਭਰ ਸਕਦੀ। ਇਸ ਕਰਕੇ ਇਸ ਤਰ੍ਹਾਂ ਦੇ ਬੇਬੁਨਿਆਦ ਕਾਨੂੰਨ ਤਾਂ ਸਰਕਾਰ ਨੂੰ ਵਾਪਸ ਲੈਣੇ ਹੀ ਪੈਣੇ ਸੀ ਔਰ ਵਾਪਸ ਲੈਣੇ ਹੀ ਪੈਣਗੇ। ਇਵੇਂ ਜਿਹੜਾ ਬਿਜਲੀ ਸੋਧ ਬਿੱਲ 2020 ਆ, ਜਿੰਦੇ ਤਹਿਤ ਕਿਸਾਨਾਂ ਦੀਆਂ ਮੋਟਰਾਂ ਤੇ ਬਿਜਲੀ ਦੇ ਬਿੱਲ ਲਾਉਣ ਦੀ ਔਰ ਜਿਹੜਾ ਮਜ਼ਦੂਰ ਪਰਿਵਾਰਾਂ ਨੂੰ ਸਸਤੀ ਬਿਜਲੀ ਮਿਲਦੀ ਸੀ, 200 ਯੂਨਿਟ ਦੀ ਮਾਫੀ ਸੀ, ਉਹ ਜਿਹੜੀ ਮਾਫੀ ਵਾਪਸ ਲੈਣ ਵਾਸਤੇ ਕਾਨੂੰਨ ਲਿਆਂਦਾ ਸੀ। ਔਰ ਸਾਰੀ ਦੀ ਸਾਰੀ ਬਿਜਲੀ ਜਿਹੜੀ ਸੀਗੀ, ਜਿਹੜਾ ਬਿਜਲੀ ਦਾ ਡਿਸਟ੍ਰੀਬਿਊਸ਼ਨ ਦਾ ਵੰਡ ਦਾ ਖੇਤਰ ਸੀ, ਸਿਰਫ ਉਹ ਹੀ ਸਰਕਾਰੀ ਸੀ, ਬਾਕੀ ਜਿਹੜਾ ਹੈਗਾ ਸੀ ਉਹ ਪਹਿਲਾਂ ਪ੍ਰਾਈਵੇਟ ਹੋ ਚੁੱਕਾ ਸੀ। ਸਾਰੀ ਬਿਜਲੀ ਕੰਪਨੀਆਂ ਨੂੰ ਦੇ ਕੇ ਘਰੇਲੂ ਬਿਜਲੀ ਹੋਰ ਮਹਿੰਗੀ ਕਰਨ ਦੀ ਸਰਕਾਰ ਸਕੀਮ ਇਹ ਕਾਨੂੰਨ ਦੇ ਤਹਿਤ ਲਿਆ ਰਹੀ ਸੀ। ਤੇ ਜੇ ਉਹਦੇ ਤੇ ਸਰਕਾਰ ਰੁਕੀ ਆ ਤਾਂ ਉਹ ਸਾਡੇ ਸੰਘਰਸ਼ ਕਰਕੇ ਰੁਕੀ ਆ। ਇਹ ਨਹੀਂ ਗਾ ਸਰਕਾਰ ਨੇ ਕਿਹਾ ਵੀ ਅਸੀਂ ਕਾਨੂੰਨ ਗਲਤ ਬਣਾ ਬੈਠੇ ਆ ਤੇ ਮਾਫੀ ਮੰਗਦੇ ਆ। ਜਿਹੜਾ ਕੋਈ ਸਰਕਾਰ ਹੁਣ ਤੱਕ ਕਰਨ ਨੂੰ ਤਿਆਰ ਆ ਉਹ ਸਾਡੇ ਸੰਘਰਸ਼ ਤੇ ਏਕੇ ਕਰਕੇ ਆ। ਤੇ ਜੇ ਅਸੀਂ ਐਵੇਂ ਤੇ ਇੱਕ ਸੰਘਰਸ਼ ਤੇ ਏਕਾ ਬਰਕਰਾਰ ਰੱਖੀਏ ਤਾਂ ਬਿਲਕੁਲ ਸਰਕਾਰ ਨੂੰ ਪਿੱਛੇ ਜਿਹੜਾ ਹੈਗਾ ਉਹ ਹਟਾਵਾਂਗੇ। ਜੋ ਨੀਤੀਆਂ ਪਿਛਲੇ 20 ਸਾਲਾਂ ਤੋਂ ਵਿਚਾਰ ਅਧੀਨ ਸਨ, ਮੋਦੀ ਸਰਕਾਰ ਨੇ ਉਹਨਾਂ ਨੂੰ ਅਮਲੀ ਜਾਮਾ ਪਹਿਨਾਇਆ। ਅਖੀਰ ਤੇ ਉਹਨਾਂ ਨੇ ਇਹ ਦਾਅਵਾ ਕੀਤਾ ਕਿ ਮੋਦੀ ਸਰਕਾਰ ਨੇ ਉਹੀ ਕਾਨੂੰਨ ਲਿਆਂਦੇ ਆ ਜਿਹੜੇ ਪਿਛਲੇ 20 ਸਾਲਾਂ ਤੋਂ ਵਿਚਾਰ ਅਧੀਨ ਸੀ
ਔਰ ਉਹੀ ਨੀਤੀਆਂ ਲਾਗੂ ਕੀਤੀਆਂ ਜਿਹੜੀਆਂ ਪਿਛਲੇ 20 ਸਾਲਾਂ ਤੋਂ ਚੱਲਦੀਆਂ ਆ ਰਹੀਆਂ ਸੀ, ਔਰ ਥੱਲੇ ਉਹਨਾਂ ਨੇ ਕਾਨੂੰਨਾਂ ਦੀ ਲਿਸਟ ਪਾਈ ਇੱਕ। ਹੁਣ ਇਸ ਗੱਲ ਨੂੰ ਮੋਟੇ ਰੂਪ ਚ ਸਮਝੀਏ ਕਿ ਮਾਮਲਾ ਸਿਰਫ 20 ਸਾਲਾਂ ਦਾ ਨਹੀਂ, ਇਹ ਮਾਮਲਾ 1991 ਤੋਂ ਚੱਲਦਾ ਜਾ ਰਿਹਾ। ਜਦੋਂ ਡਾਕਟਰ ਨਰਸਿਮਹਾ ਰਾਓ ਦੇਸ਼ ਦੇ ਪ੍ਰਧਾਨ ਮੰਤਰੀ ਸੀ ਤੇ ਡਾਕਟਰ ਮਨਮੋਹਨ ਸਿੰਘ ਦੇਸ਼ ਦੇ ਵਿੱਤ ਮੰਤਰੀ ਬਣੇ, ਔਰ ਇਸ ਦੇਸ਼ ਦੇ ਵਿੱਚ ਨਿੱਜੀਕਰਨ ਦੀਆਂ ਨੀਤੀਆਂ ਲੈ ਕੇ ਆਏ ਕਿ ਕੋਈ ਵੀ ਸਰਕਾਰੀ ਅਦਾਰਾ ਰਹਿਣ ਨਹੀਂ ਦੇਣਾਗਾ। ਜਿਹੜੇ ਸਰਕਾਰੀ ਅਦਾਰਿਆਂ 'ਚ ਪ੍ਰਾਈਵੇਟ ਕੰਪਨੀਆਂ ਇਨਵੈਸਟ ਨਹੀਂ ਕਰ ਸਕਦੀਆਂ ਸੀ, ਉਹ ਖੋਲ੍ਹ ਦਿੱਤਾ ਗਿਆ। ਔਰ 1991 ਤੋਂ ਬਾਅਦ ਨਿੱਜੀਕਰਨ ਦੀ ਇਹੋ ਜਿਹੀ ਹਨੇਰੀ ਚੱਲੀ ਕਿ ਸਰਕਾਰੀ ਸਕੂਲ, ਕਾਲਜ, ਹਸਪਤਾਲ, ਡਾਕ, ਰੇਲਵੇ, ਤਾਰ, ਟਰਾਂਸਪੋਰਟ ਸਭ ਕੁਝ ਇੱਕ ਇੱਕ ਕਰਕੇ ਪ੍ਰਾਈਵੇਟ ਕੰਪਨੀਆਂ ਨੂੰ ਦੇਣਾ ਸ਼ੁਰੂ ਕਰਤਾ। ਇੱਥੋਂ ਤੱਕ ਕਿ ਇੱਥੋਂ ਦਾ ਜਲ, ਜੰਗਲ, ਜ਼ਮੀਨ ਕੰਪਨੀਆਂ ਨੂੰ ਦੇਣਾ ਸ਼ੁਰੂ ਕਰਤਾ। ਔਰ ਉਹਨਾਂ ਨੀਤੀਆਂ ਦੇ ਤਹਿਤ ਹਰ ਖੇਤਰ ਨੂੰ ਨਿੱਜੀ ਕੰਪਨੀਆਂ ਨੂੰ ਦੇਣ ਦਾ ਸਰਕਾਰ ਨੇ ਫੈਸਲਾ ਕਰ ਲਿਆ। ਔਰ ਇਹੀ ਉਹ ਦਾਅਵਾ ਕਰ ਰਹੇ ਕਿ ਪਿਛਲੇ 20 ਸਾਲਾਂ ਤੋਂ ਜੋ ਨੀਤੀ ਚੱਲਦੀ ਆ ਰਹੀ ਆ, ਮੋਦੀ ਸਰਕਾਰ ਨੇ ਉਸੇ ਨੀਤੀ ਨੂੰ ਅੱਗੇ ਵਧਾਇਆ। ਯਾਨੀ ਕਿ ਸਭ ਕੁਝ ਪ੍ਰਾਈਵੇਟ ਕੰਪਨੀਆਂ ਨੂੰ ਦੇਣ ਦੀ ਨੀਤੀ ਜੋ ਕੇਂਦਰ ਤੇ ਸੂਬਾ ਸਰਕਾਰਾਂ 1991 ਤੋਂ ਚਲਾਉਂਦੀਆਂ ਆ ਰਹੀਆਂ ਨੇ, ਉਸੇ ਨੀਤੀ ਨੂੰ ਮੋਦੀ ਸਰਕਾਰ ਨੇ ਅੱਗੇ ਵਧਾਇਆ। ਤੇ ਫਿਰ ਇਹਨਾਂ ਦਾ ਦੂਜੀਆਂ ਸਰਕਾਰਾਂ ਦੇ ਨਾਲੋਂ ਫਰਕ ਕੀ ਨਿਕਲਿਆ? ਜਿਵੇਂ ਉਹ ਇੱਕ ਇੱਕ ਅਦਾਰਾ ਦੇਸ਼ ਦਾ ਵੇਚ ਰਹੀਆਂ ਸੀ, ਉਸੇ ਤਰ੍ਹਾਂ ਇਹ ਵੇਚ ਰਹੇ ਆ। ਹੁਣ ਇਹ ਇਸ ਦੇਸ਼ ਦੀਆਂ ਕਿਸਾਨਾਂ ਦੀਆਂ ਜਿਹੜੀਆਂ ਜ਼ਮੀਨਾਂ ਨੇ ਉਹ ਕਾਰਪੋਰੇਟ ਅਦਾਰਿਆਂ ਨੂੰ ਦੇਣਾ ਚਾਹੁੰਦੇ ਆ, ਸਰਕਾਰੀ ਮੰਡੀਆਂ ਦਾ ਭੋਗ ਪਾਉਣਾ ਚਾਹੁੰਦੇ ਆ। ਔਰ ਇਸ ਮੁਲਕ ਦੀ 67% ਆਬਾਦੀ ਜਿਹੜੀ ਜਨਤਕ ਵੰਡ ਪ੍ਰਣਾਲੀ ਤੇ ਨਿਰਭਰ ਆ, ਸਸਤਾ ਰਾਸ਼ਨ ਲੈ ਕੇ ਰਾਸ਼ਨ ਡਿਪੂਆਂ ਤੋਂ ਖਾਂਦੀ ਆ। ਔਰ ਉਹ ਸਸਤਾ ਰਾਸ਼ਨ ਸਰਕਾਰ ਤਾਂ ਹੀ ਰਾਸ਼ਨ ਡਿਪੂਆਂ ਤੇ ਦਿੰਦੀ ਆ ਕਿ ਉਹ ਕਿਸਾਨਾਂ ਤੋਂ ਅਨਾਜ ਦੀ ਸਰਕਾਰੀ ਖਰੀਦ ਕਰਦੀ ਆ। ਤੇ ਜੇ ਸਰਕਾਰ ਨੇ ਸਰਕਾਰੀ ਖਰੀਦ ਹੀ ਬੰਦ ਕਰਨੀ ਆ ਤਾਂ 67% ਆਬਾਦੀ ਨੂੰ ਰਾਸ਼ਨ ਡਿਪੂਆਂ ਤੋਂ ਸਸਤਾ ਰਾਸ਼ਨ ਨਹੀਂ ਮਿਲਣਾਗਾ। ਔਰ ਇਹ ਨੀਤੀ ਜਿਹਨੂੰ ਅੱਗੇ ਵਧਾਉਣ ਦਾ ਦਾਅਵਾ ਕਰ ਰਹੀ ਹੈ, ਇਸ ਦੇਸ਼ 'ਚ ਕਰੋੜਾਂ ਲੋਕਾਂ ਨੂੰ ਭੁੱਖੇ ਜਿਹੜੀ ਹੈਗੀ ਆ ਮਾਰੂਗੀ। ਔਰ ਜਿਹੜਾ ਐਸੈਂਸ਼ੀਅਲ ਕਮੋਡਿਟੀ ਐਕਟ ਦੇ ਵਿੱਚ ਸੋਧ ਕਰਤੀ ਇਹਨਾਂ ਨੇ, ਔਰ ਮਹਿੰਗਾਈ ਜਿਹੜੀ ਆ ਉਹਨੂੰ ਇਹ ਚੀਤੇ ਦੀ ਰਫ਼ਤਾਰ ਤੇ ਵਧਾਉਣ ਦਾ ਫੈਸਲਾ ਕਰ ਲਿਆ। ਸਰਕਾਰ ਨੇ ਇਹ ਕਹਿਤਾ ਕਿ ਜਿਹੜੀਆਂ ਪੈਰਸ਼ੇਬਲ ਗੁੱਡਸ ਯਾਨੀ ਕਿ ਜਲਦੀ ਖਰਾਬ ਹੋਣ ਵਾਲੀਆਂ ਚੀਜ਼ਾਂ ਨੇ, ਉਹਨਾਂ ਦੀ ਕੀਮਤ ਜੇ 100% ਵਧੂਗੀ, ਸਰਕਾਰ ਤਾਂ ਦਖਲਅੰਦਾਜ਼ੀ ਕਰੂਗੀ। ਮਤਲਬ ਕਿ ਜੇ ਪਿਆਜ਼ 80 ਰੁਪਏ ਆ, ਜੇ 160 ਹੋਣਗੇ ਸਰਕਾਰ ਤਾਂ ਮਹਿੰਗਾਈ ਮੰਨੂਗੀ, 159 ਹੋ ਜਾਣਗੇ ਤਾਂ ਸਰਕਾਰ ਮਹਿੰਗਾਈ ਨਹੀਂ ਮੰਨੂਗੀ। ਹੁਣ ਇਹ ਨੀਤੀ 'ਚ ਕੀ ਆ? ਇਹ ਅੱਛੇ ਦਿਨਾਂ ਵਾਲੀ ਨੀਤੀ ਆ? ਇਹ ਲੋਕਾਂ ਦੇ ਵਿਕਾਸ ਦੀ ਨੀਤੀ ਆ? ਇਹ ਲੋਕਾਂ ਨੂੰ ਭੁੱਖੇ ਮਾਰਨ ਦੀ ਨੀਤੀ ਆ? ਅਸਲ ਦੇ ਵਿੱਚ ਇਹ ਕਾਨੂੰਨ ਸਰਕਾਰ ਇਸ ਕਰਕੇ ਲੈ ਕੇ ਆਈ ਆ ਕਿ ਜਿਹੜਾ ਕਾਰਪੋਰੇਟ ਆ ਉਹਦੇ ਜਿਹੜੇ ਅਲੱਗ-ਅਲੱਗ ਬਿਜ਼ਨਸ ਹੈਗੇ ਆ ਉਹ ਲਗਾਤਾਰ ਫੇਲ ਹੋ ਰਹੇ ਆ, ਤੇ ਹੁਣ ਉਹ ਰੋਟੀ ਦਾ ਜਿਹੜਾ ਬਿਜ਼ਨਸ ਆ ਉਹ ਕਾਰਪੋਰੇਟ ਨੂੰ ਦੇਣ ਜਾ ਰਹੀ ਆ। ਜੇ ਮੇਰੇ ਕੋਲੇ ਗੱਡੀ ਨਹੀਂ ਹੈ, ਮੈਂ ਗੱਡੀ ਲੈਣਾ ਚਾਹੁੰਦਾ ਤੇ ਮੇਰੀ ਜੇਬ 'ਚ ਪੈਸੇ ਨਹੀਂ, ਤਾਂ ਮੈਂ ਟੈਕਸੀ ਕਰਾ ਕੇ ਜਾਊਂਗਾ, ਮੈਂ ਬੱਸ 'ਚ ਸਫ਼ਰ ਕਰੂੰਗਾ, ਗੱਡੀ ਬਿਨਾਂ ਸਾਰੂੰਗਾ। ਜੇ ਮੇਰੇ ਕੋਲ ਨਵਾਂ ਘਰ ਨਹੀਂ, ਪੁਰਾਣੇ 'ਚ ਰਹਿ ਰਿਹਾ, ਜੇ ਉਹ ਘਰ ਵੀ ਡਿੱਗਣ ਵਾਲਾ, ਮੈਂ ਕਿਰਾਏ ਦੇ ਮਕਾਨ ਤੇ ਰਹੂੰਗਾ ਜਾਂ ਪੁਰਾਣੇ ਨੂੰ ਰਿਪੇਅਰ ਕਰਾਊਂਗਾ, ਨਵੇਂ ਘਰ ਬਿਨਾਂ ਸਾਰੂੰਗਾ। ਪਰ ਇੱਕ ਚੀਜ਼ ਆ ਜਿੰਦੇ ਬਿਨਾਂ ਮੈਂ ਨਹੀਂ ਰਹਿ ਸਕਦਾ, ਉਹ ਹੈਗੀ ਆ ਰੋਟੀ। ਇਸ ਕਰਕੇ ਹੁਣ ਰੋਟੀ ਦਾ ਬਿਜ਼ਨਸ ਕਰਨ ਜਾ ਰਹੀ ਸਰਕਾਰ, ਕਾਰਪੋਰੇਟ ਨੂੰ ਦੇਣ ਜਾ ਰਹੀ ਹੈ ਰੋਟੀ ਦਾ ਬਿਜ਼ਨਸ, ਤਾਂ ਕਿ ਦੂਜੇ ਭਾਵੇਂ ਉਹਨਾਂ ਦੇ ਕੰਮ ਚੱਲਣ ਨਾ ਚੱਲਣ, ਰੋਟੀ ਤਾਂ ਲੋਕਾਂ ਨੇ ਖਾਣੀ ਖਾਣੀ ਆ। ਉਹ ਰੋਟੀ ਦੇ ਕਾਰੋਬਾਰ 'ਚੋਂ ਅਰਬਾਂ ਖਰਬਾਂ ਰੁਪਏ ਕਮਾ ਸਕਦੇ ਆ। ਇਹ ਆ ਨੀਤੀ ਮੋਦੀ ਸਰਕਾਰ ਦੀ। ਤੇ ਅੱਜ ਹਾਲਤ ਇਹ ਆ ਕਿ ਸਿਰਫ ਸਰਕਾਰ ਹੀ ਸਰਕਾਰੀ ਆ, ਬਾਕੀ ਸਭ ਕੁਝ ਪ੍ਰਾਈਵੇਟ ਆ। ਪਾਣੀ ਮੁੱਲ, ਰੇਤਾ ਮੁੱਲ, ਸੜਕਾਂ ਤੇ ਟੋਲ ਪਲਾਜ਼ੇ ਲੱਗਣ ਦਾ ਮਤਲਬ ਕਿ ਇਸ ਦੇਸ਼ 'ਚ ਤੁਹਾਨੂੰ ਤੁਰਨ ਫਿਰਨ ਦੇ ਪੈਸੇ ਦੇਣੇ ਪੈਣੇ ਆ। ਇਸ ਕਰਕੇ ਇਹ ਸਾਰੀਆਂ ਜਿਹੜੀਆਂ ਨੀਤੀਆਂ 1991 ਤੋਂ ਚੱਲਦੀਆਂ ਆ ਰਹੀਆਂ, ਅਲੱਗ-ਅਲੱਗ ਸਰਕਾਰਾਂ ਨੇ ਸ਼ੁਰੂ ਕੀਤੀਆਂ, ਉਹਨੂੰ ਹੀ ਮੋਦੀ ਸਰਕਾਰ ਅੱਗੇ ਵਧਾ ਰਹੀ ਆ। ਔਰ ਖੇਤੀ ਕਾਨੂੰਨ ਵੀ ਇਹਨਾਂ ਨੀਤੀਆਂ ਦੇ ਤਹਿਤ ਹੀ ਆਏ ਆ। ਇਸ ਕਰਕੇ ਜਿੱਥੇ ਅਸੀਂ ਖੇਤੀ ਕਾਨੂੰਨ ਰੱਦ ਕਰਾਉਣੇ ਆ, ਉੱਥੇ ਹੀ ਇਹਨਾਂ ਨੀਤੀਆਂ ਦੇ ਖਿਲਾਫ ਜਿਹੜੀ ਸਾਡੀ ਲੜਾਈ ਆ। ਇਸ ਕਰਕੇ ਸਤਿਕਾਰਯੋਗ ਭੈਣੋ ਭਰਾਵੋ, ਕਿਸੇ ਵੀ ਤਰ੍ਹਾਂ ਗੁੰਮਰਾਹ ਹੋਣ ਦੀ ਲੋੜ ਨਹੀਂ, ਕਿਸੇ ਵੀ ਭਾਜਪਾ ਦੇ ਪ੍ਰਚਾਰ 'ਚ ਆਉਣ ਦੀ ਲੋੜ ਨਹੀਂ। ਇਸੇ ਤਰ੍ਹਾਂ ਲੜਾਈ 'ਚ ਡਟੇ ਰਹੋ ਔਰ ਵੱਧ ਚੜ੍ਹ ਕੇ ਮੋਰਚਿਆਂ 'ਚ ਸ਼ਮੂਲੀਅਤ ਕਰੋ, ਤਾਂ ਜੋ ਆਪਾਂ ਜਿਹੜੀ ਇਤਿਹਾਸਕ ਲੜਾਈ ਆ ਉਹ ਜਿੱਤ ਸਕੀਏ।